ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 10 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 9 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਲੂਸੈਂਟ ਜੀਕੇ ਦੇ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਆਪਣੇ 3 ਸੈਸ਼ਨ ਅਪਲੋਡ ਹੁੰਦੇ ਨੇ, ਸੋਮਵਾਰ ਅਤੇ ਬੁੱਧਵਾਰ ਨੂੰ 2 ਵਜੇ ਦੁਪਹਿਰੇ ਮਾਸਟਰ ਕੇਡਰ SST ਦਾ ਸੈਸ਼ਨ ਅਪਲੋਡ ਹੁੰਦਾ, ਅਤੇ ਸ਼ੁੱਕਰਵਾਰ ਨੂੰ ਆਪਾਂ ਲੂਸੈਂਟ ਜੀਕੇ ਦਾ ਜਿਹੜਾ ਸੈਸ਼ਨ ਹੈ ਉਹ ਅਪਲੋਡ ਕਰਿਆ ਕਰਾਂਗੇ ਦੁਪਹਿਰੇ 2 ਵਜੇ। ਤਾਂ ਜਿਹੜੇ ਆਪਣੇ ਕਰੰਟ ਅਫੇਅਰਸ ਨੇ ਉਹ ਸੁਬਾਹ 9 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਆਉਂਦੇ ਰਹਿਣਗੇ। ਤਾਂ ਇਹ ਆਪਣਾ ਟਾਈਮ ਟੇਬਲ ਹੈ ਜਿਹੜਾ ਉਹ YouTube ਦੇ ਉੱਤੇ ਆਲਰੇਡੀ ਅਪਲੋਡਡ ਹੈ, ਤਾਂ ਇਹ ਤੁਸੀਂ ਦੇਖਦੇ ਰਹੋ। ਲੂਸੈਂਟ ਜੀਕੇ ਦਾ ਜਿਹੜਾ ਆਪਣਾ ਸੈਸ਼ਨ ਹੈ ਇਹ ਸ਼ੁੱਕਰਵਾਰ ਨੂੰ ਆਇਆ ਕਰੂਗਾ ਦੁਪਹਿਰੇ 2 ਵਜੇ, ਤਾਂ ਕਦੇ ਵੀ ਤੁਸੀਂ ਮਿਸ ਨਾ ਕਰਿਓ, ਕਿਉਂਕਿ ਜੇਕਰ ਤੁਸੀਂ ਆਪਣੀ ਸਟੈਟਿਕ ਜੀਕੇ ਕਵਰ ਕਰਨਾ ਚਾਹੁੰਦੇ ਹੋ ਤਾਂ ਇਹ ਸਾਰੇ ਸੈਸ਼ਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ। ਤਾਂ ਸਟਾਰਟ ਕਰਦੇ ਹਾਂ ਆਪਣਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਤਾਜ਼ੇ ਪਾਣੀ ਦੀਆਂ ਡੋਲਫਿਨ ਮੱਛੀਆਂ ਕਿਹੜੀ ਨਦੀ ਵਿੱਚ ਪਾਈਆਂ ਜਾਂਦੀਆਂ ਹਨ? ਦੀ ਫਰੈਸ਼ ਵਾਟਰ ਡੋਲਫਿਨਸ ਆਰ ਫਾਊਂਡ ਇਨ ਵਿਚ ਰਿਵਰ? ਗੰਗਾ, ਗੋਦਾਵਰੀ, ਨਰਮਦਾ ਜਾਂ ਬ੍ਰਹਮਪੁੱਤਰਾ? ਤਾਂ ਉਹ ਕਿਹੜੀ ਨਦੀ ਹੈ ਜਿਹਦੇ ਵਿੱਚ ਆਪਾਂ ਫਰੈਸ਼ ਵਾਟਰ ਡੋਲਫਿਨ ਨੂੰ ਦੇਖਣ ਨੂੰ ਆਪਾਂ ਨੂੰ ਮਿਲਦੀਆਂ ਨੇ? ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ, ਕੁਐਸਚਨ ਇਹ ਬਹੁਤ ਵਾਰ ਪੁੱਛਿਆ ਗਿਆ, ਠੀਕ ਹੈ ਜੀ। ਤਾਂ ਇਹ ਜਿਹੜੀਆਂ ਮੱਛੀਆਂ ਪਾਈਆਂ ਜਾਂਦੀਆਂ, ਇਹ ਪਾਈਆਂ ਜਾਂਦੀਆਂ ਆਪਣੀ ਗੰਗਾ ਦੇ ਵਿੱਚ, ਠੀਕ ਹੈ ਜੀ। ਤਾਂ ਗੰਗਾ ਨਦੀ ਦੇ ਵਿੱਚ ਇਹ ਮੱਛੀਆਂ ਪਾਈਆਂ ਜਾਂਦੀਆਂ। ਗੰਗਾ ਨਦੀ ਦੀ ਲੰਬਾਈ ਕਿੰਨੀ ਹੈ? 2525 ਜਿਹੜੀ ਹੈ ਕਿਲੋਮੀਟਰ ਹੈ, ਠੀਕ ਹੈ ਜੀ। ਤਾਂ ਆਨਸਰ ਨੰਬਰ 1 ਆਊਗਾ। ਲੈਂਥ ਮੈਂ ਇੱਥੇ ਇਹਦੀ ਮੈਂਸ਼ਨ ਕੀਤੀ ਹੈ, 2525 ਕਿਲੋਮੀਟਰ ਹੈ ਗੰਗਾ ਦੀ ਲੰਬਾਈ, ਠੀਕ ਹੈ ਜੀ। ਤਾਂ ਇਹਦੇ ਵਿੱਚ ਡੋਲਫਿਨ ਜਿਹੜੀਆਂ ਮੱਛੀਆਂ ਉਹ ਪਾਈਆਂ ਜਾਂਦੀਆਂ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਫੈਕਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਨਦੀ ਨੂੰ ਬਿਹਾਰ ਦਾ ਸ਼ੋਕ ਕਿਹਾ ਜਾਂਦਾ ਹੈ? ਵਿਚ ਰਿਵਰ ਇਜ਼ ਨੋਨ ਐਜ਼ ਸੋਰੋ ਆਫ ਬਿਹਾਰ? ਕੋਸੀ, ਗੋਦਾਵਰੀ, ਨਰਮਦਾ ਜਾਂ ਬ੍ਰਹਮਪੁੱਤਰਾ? ਤਾਂ ਇਹਨੂੰ ਸੋਰੋ ਕਿਉਂ ਕਿਹਾ ਜਾਂਦਾ, ਦੁੱਖ ਮਤਲਬ ਸ਼ੋਕ ਕਿਉਂ ਕਿਹਾ ਜਾਂਦਾ? ਕਿਉਂਕਿ ਇਹ ਨਦੀ ਦੇ ਕਰਕੇ ਬਿਹਾਰ ਦੇ ਵਿੱਚ ਜਿਹੜਾ ਉਹ ਹੜ੍ਹ ਦਾ ਜਿਹੜਾ ਮਾਹੌਲ ਹੈ ਉਹ ਬਣ ਜਾਂਦਾ, ਹੜ੍ਹਾਂ ਦਾ ਮਾਹੌਲ ਬਣ ਜਾਂਦਾ, ਹੜ੍ਹ ਆਉਂਦੇ ਨੇ ਇਹ ਨਦੀ ਦੇ ਕਰਕੇ। ਤਾਂ ਉਹ ਕਿਹੜੀ ਨਦੀ ਹੈ ਜਿਹਨੂੰ ਬਿਹਾਰ ਦਾ ਸ਼ੋਕ ਕਿਹਾ ਜਾਂਦਾ? ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਬਣ ਜਾਂਦਾ ਹੈ। ਤਾਂ ਇਹਦਾ ਜਿਹੜਾ ਆਨਸਰ ਨੰਬਰ 1 ਆਊਗਾ। ਕੋਸੀ ਨਦੀ ਹੈ ਉਹ ਜਿਹਨੂੰ ਬਿਹਾਰ ਦਾ ਸ਼ੋਕ ਕਿਹਾ ਜਾਂਦਾ। ਤਾਂ ਆਨਸਰ ਨੰਬਰ 1 ਇਹਦਾ ਆਨਸਰ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦੀ ਸਭ ਤੋਂ ਉੱਚੀ ਜਗ੍ਹਾ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੁਆਇੰਟ ਆਫ ਇੰਡੀਆ? ਕੰਚਨਜੰਗਾ, ਮਾਊਂਟ ਐਵਰੈਸਟ, ਹਿਮਾਲਿਆ ਜਾਂ ਮਾਊਂਟ ਆਬੂ? ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਹਰ ਵਾਰ ਤੁਹਾਨੂੰ ਇਹ ਪੁੱਛਿਆ ਜਾਂਦਾ ਕਿ ਭਾਰਤ ਦੀ ਸਭ ਤੋਂ ਉੱਚੀ ਜਗ੍ਹਾ ਕਿਹੜੀ ਹੈ? ਤਾਂ ਹਾਈਐਸਟ ਪੁਆਇੰਟ ਜਿਹਨੂੰ ਆਪਾਂ ਕਹਿੰਦੇ ਹਾਂ ਤਾਂ ਇਹ ਕੰਚਨਜੰਗਾ, ਸਿੱਕਿਮ ਦੇ ਵਿੱਚ ਹੈ, ਠੀਕ ਹੈ ਜੀ। ਸਿੱਕਿਮ ਪ੍ਰਾਂਤ ਦੇ ਵਿੱਚ ਇਹ ਪੈਂਦੀ ਹੈ ਕੰਚਨਜੰਗਾ ਜਿਹੜੀ ਆਪਣੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਕੰਚਨਜੰਗਾ ਜਿਹੜੀ ਹਾਈਐਸਟ ਪੀਕ ਹੈ ਆਪਣੀ ਇੰਡੀਆ ਦੀ, ਠੀਕ ਹੈ ਜੀ। ਇੰਡੀਆ ਦੀ ਜੇ ਤੁਹਾਨੂੰ ਪੁੱਛਿਆ ਜਾਵੇ ਤਾਂ ਹਾਈਐਸਟ ਪੀਕ ਤਾਂ ਉਹ ਕੰਚਨਜੰਗਾ। ਜੇ ਪੂਰੇ ਵਰਲਡ ਦੀ ਤਾਂ ਮਾਊਂਟ ਐਵਰੈਸਟ 8848 ਮੀਟਰ ਹੈ, ਤਾਂ ਇਹ ਨੇਪਾਲ ਦੇ ਵਿੱਚ ਪੈਂਦੀ ਹੈ। ਜੇ ਆਪਾਂ ਨੂੰ ਇੰਡੀਆ ਦੀ ਪੁੱਛਿਆ ਗਿਆ ਇੱਥੇ, ਇਹ ਤੁਸੀਂ ਧਿਆਨ ਰੱਖਣਾ, ਤਾਂ ਇੰਡੀਆ ਦੀ ਪੁੱਛਿਆ ਗਿਆ ਤਾਂ ਕੰਚਨਜੰਗਾ। ਆਨਸਰ ਨੰਬਰ 1 ਇਹਦਾ ਆਨਸਰ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਡੁਰੰਡ ਰੇਖਾ ਕਿਸ ਨੂੰ ਵੱਖ ਕਰਦੀ ਹੈ? ਡੁਰੰਡ ਲਾਈਨ ਸੈਪਰੇਟਸ ਇੰਡੀਆ ਐਂਡ ਪਾਕਿਸਤਾਨ, ਪਾਕਿਸਤਾਨ ਐਂਡ ਅਫਗਾਨਿਸਤਾਨ, ਅੰਡੇਮਾਨ ਐਂਡ ਨਿਕੋਬਾਰ, ਨੇਪਾਲ ਐਂਡ ਪਾਕਿਸਤਾਨ? ਤਾਂ ਡੁਰੰਡ ਜਿਹੜੀ ਲਾਈਨ ਹੈ, ਮਤਲਬ ਇੱਕ ਇਹੋ ਜਿਹੀ ਲਾਈਨ ਹੈ ਜਿਹੜੀ 2 ਦੇਸ਼ਾਂ ਨੂੰ ਅਲੱਗ ਕਰਦੀ ਹੈ। ਤਾਂ ਉਹ ਕਿਹੜੇ ਕਿਹੜੇ ਦੇਸ਼ ਨੇ ਜਿਨ੍ਹਾਂ ਨੂੰ ਇਹ ਅਲੱਗ ਕਰਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇੰਡੀਆ ਅਤੇ ਪਾਕਿਸਤਾਨ ਨੂੰ ਜਿਹੜੀ ਲਾਈਨ ਅਲੱਗ ਕਰਦੀ ਹੈ ਉਹ ਤਾਂ ਆਪਾਂ ਨੂੰ ਪਤਾ ਕਿਹੜੀ ਹੈ, ਰੈੱਡ ਕਲਿਫ ਲਾਈਨ, ਠੀਕ ਹੈ ਜੀ। ਤਾਂ ਉਹ ਕਿਹੜੀ ਹੈਗੀ? ਰੈੱਡ ਕਲਿਫ ਲਾਈਨ, ਰੈੱਡ ਕਲਿਫ ਲਾਈਨ ਹੈ ਉਹ। ਤਾਂ ਇਹ ਤੁਸੀਂ ਸਪੈਲਿੰਗ ਕਈ ਵਾਰ ਗਲਤ ਹੁੰਦੇ ਤਾਂ ਇਹਨੂੰ ਸਹੀ ਕਰ ਲਿਓ। ਤਾਂ ਇੰਡੀਆ ਅਤੇ ਪਾਕਿਸਤਾਨ ਦੀ ਜਿਹੜੀ ਅਲੱਗ ਕਰਦੇ ਉਹ ਹੈ ਰੈੱਡ ਕਲਿਫ ਲਾਈਨ। ਤਾਂ ਇਹ ਜਿਹੜੀ ਡੁਰੰਡ ਲਾਈਨ ਹੈ ਇਹ ਕਰਦੀ ਆਪਣੇ ਪਾਕਿਸਤਾਨ ਨੂੰ ਅਤੇ ਅਫਗਾਨਿਸਤਾਨ ਨੂੰ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਆਨਸਰ ਨੰਬਰ 2 ਆਊਗਾ। ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਜਿਹੜੀ ਰੇਖਾ ਅਲੱਗ ਕਰਦੀ ਹੈ ਉਹਨੂੰ ਕਹਿੰਦੇ ਨੇ ਡੁਰੰਡ ਲਾਈਨ। ਤਾਂ ਆਨਸਰ ਨੰਬਰ 2 ਆਊਗਾ ਇਹਦਾ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ 10 ਡਿਗਰੀ ਚੈਨਲ ਕਿਸ ਨੂੰ ਵੱਖ ਕਰਦਾ ਹੈ। 10 ਡਿਗਰੀ ਚੈਨਲ ਸੈਪਰੇਟਸ ਤਾਂ ਇੰਡੀਆ ਐਂਡ ਪਾਕਿਸਤਾਨ, ਪਾਕਿਸਤਾਨ ਐਂਡ ਅਫਗਾਨਿਸਤਾਨ, ਅੰਡੇਮਾਨ ਐਂਡ ਨਿਕੋਬਾਰ ਜਾਂ ਨੇਪਾਲ ਐਂਡ ਪਾਕਿਸਤਾਨ। ਤਾਂ ਇਹ 2 ਪੁਆਇੰਟ ਤਾਂ ਆਪਣੇ ਆਲਰੇਡੀ ਕਲੀਅਰ ਹੋ ਚੁੱਕੇ ਨੇ ਕਿ ਇੰਡੀਆ ਅਤੇ ਪਾਕਿਸਤਾਨ ਨੂੰ ਕਿਹੜੀ ਕਰਦੀ ਹੈ, ਰੈੱਡ ਕਲਿਫ, ਅਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਕਰਦੀ ਹੈ ਡੂਰੈਂਟ ਲਾਈਨ। ਠੀਕ ਹੈ ਜੀ। ਤਾਂ ਜਿਹੜੀ 10 ਡਿਗਰੀ ਚੈਨਲ ਵੱਖ ਕਰਦਾ ਉਹ ਕਰਦਾ ਅੰਡੇਮਾਨ ਐਂਡ ਨਿਕੋਬਾਰ। ਠੀਕ ਹੈ ਜੀ। ਤਾਂ ਅੰਡੇਮਾਨ ਅਤੇ ਨਿਕੋਬਾਰ ਨੂੰ ਜਿਹੜਾ ਚੈਨਲ ਵੱਖ ਕਰਦਾ ਉਹਨੂੰ ਆਪਾਂ ਕਹਿੰਦੇ ਹਾਂ 10 ਡਿਗਰੀ ਚੈਨਲ। ਤਾਂ ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਪ ਰਾਸ਼ਟਰਪਤੀ ਨਾਲ ਸੰਬੰਧਿਤ ਅਨੁਛੇਦ ਕਿਹੜਾ ਹੈ। ਵਿਚ ਆਰਟੀਕਲ ਇਜ਼ ਰਿਲੇਟਡ ਵਿਦ ਵਾਈਸ ਪ੍ਰੈਜ਼ੀਡੈਂਟ। ਆਰਟੀਕਲ 52, ਆਰਟੀਕਲ 63, ਆਰਟੀਕਲ 155, ਆਰਟੀਕਲ 143। ਤਾਂ ਇਹ ਜਿੰਨੇ ਵੀ ਆਪਣੇ ਲੂਸੈਂਟ ਜੀਕੇ ਦੇ ਸੈਸ਼ਨ ਪਹਿਲਾਂ ਅਪਲੋਡ ਹੋਏ ਨੇ ਉਹ ਵੀ ਤੁਸੀਂ ਅਟੈਂਡ ਕਰਿਓ। ਇਹਦੇ ਨਾਲ ਤੁਹਾਡੀ ਜਿਹੜੀ ਸਟੈਟਿਕ ਜੀਕੇ ਹੈ ਉਹ ਕਵਰ ਹੋ ਜਾਣੀ ਹੈ, ਕਿਉਂਕਿ ਇਹਦੇ ਵਿੱਚ ਆਪਾਂ ਮਿਕਸ ਕੁਐਸਚਨ ਰੱਖਦੇ ਹਾਂ ਜਿਹਦੇ ਵਿੱਚ ਬਾਇਓਲੋਜੀ, ਠੀਕ ਹੈ ਜੀ, ਸਿਨੇਮਾ, ਜਿਹੜੇ ਤੁਹਾਡੇ ਟੌਪਿਕ ਰਹਿ ਜਾਂਦੇ ਨੇ ਉਹ ਆਪਾਂ ਸਟੈਟਿਕ ਦੇ ਵਿੱਚ ਕਲੀਅਰ ਕਰਦੇ ਹਾਂ ਸਾਰੇ। ਠੀਕ ਹੈ ਜੀ। ਤਾਂ ਸਟੈਟਿਕ ਜੀਕੇ ਤੁਹਾਡੀ ਕਲੀਅਰ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਟੈਟਿਕ ਜੀਕੇ ਤੋਂ ਬਾਅਦ ਹੀ ਤੁਹਾਡਾ ਅਗਲਾ ਜਿਹੜਾ ਸਟੈਪ ਹੈ ਉਹ ਸਟਾਰਟ ਹੋਣਾ, ਜਿਵੇਂ ਕਿ ਪੋਲਿਟੀ, ਹਿਸਟਰੀ, ਜੋਗਰਾਫੀ। ਤਾਂ ਫਿਰ ਤੁਸੀਂ ਇਹਨਾਂ ਨੂੰ ਕਵਰ ਕਰਨਾ। ਸਟੈਟਿਕ ਜੀਕੇ ਨੂੰ ਕਦੇ ਵੀ ਤੁਸੀਂ ਛੱਡਿਓ ਨਾ, ਕਿਉਂਕਿ ਸਟੈਟਿਕ ਜੀਕੇ ਦੇ ਵਿੱਚੋਂ ਬਹੁਤ ਕੁਐਸਚਨ ਆਉਂਦੇ ਨੇ। ਤਾਂ ਉਪ ਰਾਸ਼ਟਰਪਤੀ ਨਾਲ ਸੰਬੰਧਿਤ ਜਿਹੜਾ ਆਰਟੀਕਲ ਹੈ ਉਹ ਆਰਟੀਕਲ 63। ਠੀਕ ਹੈ ਜੀ। ਆਨਸਰ ਨੰਬਰ 2 ਆਊਗਾ ਇਹਦਾ। ਆਰਟੀਕਲ 63 ਹੈ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜਾ ਆਰਟੀਕਲ 52 ਹੈ ਇਹ ਆਪਾਂ ਨੂੰ ਪਤਾ ਕਿ ਇਹ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਹੈ। ਪ੍ਰੈਜ਼ੀਡੈਂਟ ਆਪਣੇ ਦੇਸ਼ ਦਾ ਇੱਕ ਹੋਣਾ ਚਾਹੀਦਾ, ਇਹਦੇ ਵਿੱਚ ਲਿਖਿਆ ਹੋਇਆ ਹੈ। ਆਰਟੀਕਲ 63 ਹੈ ਜਿਹੜਾ ਇਹ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਹੈ। ਠੀਕ ਹੈ ਜੀ। 52 ਤੋਂ ਲੈ ਕੇ 62 ਤੱਕ ਜਿਹੜੇ ਆਰਟੀਕਲ ਨੇ ਆਪਣੇ ਪ੍ਰੈਜ਼ੀਡੈਂਟ ਦੇ ਨਾਲ ਨੇ। ਤਾਂ ਆਰਟੀਕਲ 55 ਹੈ ਜਿਹੜਾ ਉਹ ਗਵਰਨਰ ਦੇ ਨਾਲ ਰਿਲੇਟਡ ਹੈ, ਅਤੇ ਆਰਟੀਕਲ 143 ਹੈ ਜਿਹੜਾ ਇਹਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੈ ਉਹ ਸੁਪਰੀਮ ਕੋਰਟ ਤੋਂ ਐਡਵਾਈਜ਼ ਲੈ ਸਕਦਾ, ਜਾਣੀ ਕਿ ਸਲਾਹ ਲੈ ਸਕਦਾ। ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ, ਆਰਟੀਕਲ 63। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਰਾਸ਼ਟਰਪਤੀ ਰਾਜ ਨਾਲ ਸੰਬੰਧਿਤ ਅਨੁਛੇਦ ਕਿਹੜਾ ਹੈ। ਵਿਚ ਆਰਟੀਕਲ ਇਜ਼ ਰਿਲੇਟਡ ਵਿਦ ਪ੍ਰੈਜ਼ੀਡੈਂਟ ਰੂਲ। ਪ੍ਰੈਜ਼ੀਡੈਂਟ ਰੂਲ ਕੀ ਹੁੰਦਾ, ਜਦੋਂ ਆਪਣੀ ਸਰਕਾਰ ਫੇਲ ਹੋ ਜਾਵੇ, ਠੀਕ ਹੈ ਜੀ, ਕੌਨਸਟੀਟਿਊਸ਼ਨ ਦੇ ਅਕੋਰਡਿੰਗ ਨਾ ਚੱਲੇ ਤਾਂ ਉੱਥੇ ਰਾਸ਼ਟਰਪਤੀ ਰਾਜ ਲੱਗ ਜਾਂਦਾ। ਠੀਕ ਹੈ ਜੀ। ਜਾਂ ਕੋਈ ਵਾਇਲੈਂਸ ਹੋ ਜੇ, ਇੰਟਰਨਲ ਮਤਲਬ ਜਿਹੜਾ ਆਰਮਡ ਰੈਬਿਲੀਅਨ ਹੋ ਜੇ, ਇੰਟਰਨਲ ਐਗਰੈਸ਼ਨ ਹੋ ਜੇ, ਤਾਂ ਜੇਕਰ ਕੋਈ ਇਹੋ ਜਿਹੀ ਘਟਨਾ ਵਾਪਰ ਜੇ ਤਾਂ ਰਾਸ਼ਟਰਪਤੀ ਦੇ ਹੱਥਾਂ ਦੇ ਵਿੱਚ ਸਾਰੀ ਸ਼ਕਤੀ ਆਪਣੀ ਆ ਜਾਂਦੀ ਹੈ। ਉਹਨੂੰ ਰਾਸ਼ਟਰਪਤੀ ਰਾਜ ਕਿਹਾ ਜਾਂਦਾ। ਅਲੱਗ-ਅਲੱਗ ਸਟੇਟਸ ਦੇ ਵਿੱਚ ਇਹ ਪਹਿਲਾਂ ਲੱਗਿਆ ਹੋਇਆ। ਆਪਣੇ ਪੰਜਾਬ ਦੇ ਵਿੱਚ ਵੀ ਮਿਨੀਮਮ 8 ਵਾਰ ਤਾਂ ਲੱਗਿਆ ਹੋਇਆ ਇਹ, ਤਾਂ ਜਿਹੜਾ ਰਾਸ਼ਟਰਪਤੀ ਰਾਜ ਹੈ। ਠੀਕ ਹੈ ਜੀ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਪ੍ਰੈਜ਼ੀਡੈਂਟ ਰੂਲ। ਪ੍ਰੈਜ਼ੀਡੈਂਟ ਰੂਲ ਮਤਲਬ ਪ੍ਰੈਜ਼ੀਡੈਂਟ ਦੇ ਹੱਥਾਂ ਦੇ ਵਿੱਚ ਸਾਰੀ ਸ਼ਕਤੀ ਆ ਜਾਂਦੀ ਹੈ। ਤਾਂ ਆਰਟੀਕਲ 52 ਕਿਹਦੇ ਨਾਲ ਰਿਲੇਟਡ ਹੈ ਕਿ ਆਪਣੇ ਦੇਸ਼ ਦਾ ਇੱਕ ਪ੍ਰੈਜ਼ੀਡੈਂਟ ਹੋਣਾ ਚਾਹੀਦਾ। ਤਾਂ ਇਹ ਪ੍ਰੈਜ਼ੀਡੈਂਟ ਰੂਲ ਦੇ ਨਾਲ ਰਿਲੇਟਡ ਨਹੀਂ ਹੈਗਾ। ਆਰਟੀਕਲ 352 ਨੈਸ਼ਨਲ ਐਮਰਜੈਂਸੀ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 3 ਆਊਗਾ, ਆਰਟੀਕਲ 356। ਆਰਟੀਕਲ 356 ਦੇ ਵਿੱਚ ਲਿਖਿਆ ਹੋਇਆ ਆਪਣੇ ਸਟੇਟ ਦੇ ਲਈ। ਇਹਨੂੰ ਮਤਲਬ ਸਟੇਟ ਐਮਰਜੈਂਸੀ ਵੀ ਕਿਹਾ ਜਾਂਦਾ, ਇਹਨੂੰ ਪ੍ਰੈਜ਼ੀਡੈਂਟ ਰੂਲ ਵੀ ਕਿਹਾ ਜਾਂਦਾ, ਇਹਨੂੰ ਸਟੇਟ ਐਮਰਜੈਂਸੀ ਵੀ ਕਿਹਾ ਜਾਂਦਾ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ, ਕਈ ਵਾਰ ਇਹਨੂੰ ਮਤਲਬ ਮੋਲਡ ਕਰਕੇ ਪਾ ਦਿੰਦੇ ਨੇ ਸਟੇਟ ਐਮਰਜੈਂਸੀ। ਠੀਕ ਹੈ ਜੀ। ਤਾਂ ਸਟੇਟ ਐਮਰਜੈਂਸੀ ਵੀ ਇਹਨੂੰ ਕਿਹਾ ਜਾਂਦਾ ਜਾਂ ਇਹਨੂੰ ਪ੍ਰੈਜ਼ੀਡੈਂਟ ਰੂਲ ਕਿਹਾ ਜਾਂਦਾ। ਤਾਂ ਆਰਟੀਕਲ 356 ਦੇ ਵਿੱਚ ਇਹ ਲਿਖਿਆ ਹੋਇਆ। ਠੀਕ ਹੈ ਜੀ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਸੰਸਦ ਦੀ ਇਕੱਠੀ ਮੀਟਿੰਗ ਦੇ ਨਾਲ ਸੰਬੰਧਿਤ ਅਨੁਛੇਦ ਕਿਹੜਾ ਹੈ। ਵਿਚ ਆਰਟੀਕਲ ਇਜ਼ ਰਿਲੇਟਡ ਵਿਦ ਜੁਆਇੰਟ ਸਿਟਿੰਗ। ਆਰਟੀਕਲ 108, ਆਰਟੀਕਲ 352, ਆਰਟੀਕਲ 356 ਜਾਂ ਆਰਟੀਕਲ 360। ਤਾਂ ਇਹ ਤਾਂ ਜਿਹੜੇ ਤਿੰਨੋਂ ਆਰਟੀਕਲ ਨੇ ਆਪਾਂ ਨੂੰ ਪਤਾ ਹੈ ਕਿ ਇਹ ਐਮਰਜੈਂਸੀ ਦੇ ਨਾਲ ਸੰਬੰਧਿਤ ਨੇ। ਜਿਹੜਾ 52 ਉਹ ਨੈਸ਼ਨਲ ਐਮਰਜੈਂਸੀ ਦੇ ਨਾਲ ਹੈ, ਜਿਹੜਾ 356 ਉਹ ਆਪਾਂ ਪ੍ਰੀਵੀਅਸ ਕੁਐਸਚਨ ਦੇ ਵਿੱਚ ਪੜ੍ਹ ਕੇ ਆਏ ਹਾਂ, ਸਟੇਟ ਐਮਰਜੈਂਸੀ ਜਾਂ ਪ੍ਰੈਜ਼ੀਡੈਂਟ ਰੂਲ ਦੇ ਨਾਲ ਸੰਬੰਧਿਤ ਹੈ। ਅਤੇ ਜਿਹੜਾ ਆਰਟੀਕਲ 360 ਹੈ ਇਹ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ ਦੇ ਨਾਲ ਸੰਬੰਧਿਤ ਹੈ, ਜਿਹੜੀ ਕਿ ਆਪਣੇ ਇੰਡੀਆ ਦੇ ਵਿੱਚ ਕਦੇ ਵੀ ਨਹੀਂ ਲੱਗੀ। ਠੀਕ ਹੈ ਜੀ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਸੰਸਦ ਦੀ ਇਕੱਠੀ ਮੀਟਿੰਗ ਦੇ ਨਾਲ ਸੰਬੰਧਿਤ ਜਿਹੜਾ ਅਨੁਛੇਦ ਹੈ, ਆਨਸਰ ਨੰਬਰ 1 ਆਊਗਾ 108, ਕਿਉਂਕਿ ਇਹ ਤਿੰਨੋਂ ਤਾਂ ਐਮਰਜੈਂਸੀ ਦੇ ਨਾਲ ਹੈ। ਤਾਂ 108 ਨੰਬਰ ਅਨੁਛੇਦ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ ਪਾਰਲੀਮੈਂਟ ਹੈ, ਜਿਵੇਂ ਲੋਕ ਸਭਾ ਅਤੇ ਰਾਜ ਸਭਾ, ਇਹਨਾਂ ਦੀ ਇਕੱਠੀ ਮੀਟਿੰਗ ਬੁਲਾਈ ਜਾ ਸਕਦੀ ਹੈ। ਤਾਂ ਆਨਸਰ ਨੰਬਰ 1 ਆਊਗਾ। ਤਾਂ ਨੀਚੇ ਮੈਂ ਇਹਦੇ ਨਾਲ ਰਿਲੇਟਡ ਕੁਛ ਕੁ ਫੈਕਟ ਤੁਹਾਡੇ ਨਾਲ ਡਿਸਕਸ ਕੀਤੇ ਨੇ, ਜਿਵੇਂ ਕਿ ਸਮਨਿੰਗ ਹੁੰਦਾ ਕਾਲਡ। ਠੀਕ ਹੈ ਜੀ। ਕਾਲਡ ਮਤਲਬ ਬੁਲਾਉਣਾ। ਤਾਂ ਮਤਲਬ ਕਾਲ ਕਿਹਦੇ ਦੁਆਰਾ ਕੀਤੀ ਜਾਂਦੀ ਹੈ, ਜਿਹੜੀ ਜੁਆਇੰਟ ਸਿਟਿੰਗ ਹੈ ਉਹ ਸਮਨਿੰਗ ਕਿਹਦੇ ਦੁਆਰਾ। ਸਮਨਿੰਗ ਇੱਕ ਮਤਲਬ ਇੱਕ ਇਹੋ ਜਿਹਾ ਵਰਡ ਹੈ ਜਿਹੜਾ ਇਹ ਯੂਜ਼ ਹੁੰਦਾ। ਤਾਂ ਕਈ ਵਾਰੀ ਸਮਨਿੰਗ ਆ ਜਾਂਦਾ। ਸਮਨਿੰਗ ਹੁੰਦਾ ਬੁਲਾਉਣਾ।
ਇਹਦੀ ਜਗ੍ਹਾ 'ਤੇ ਤੁਹਾਨੂੰ ਕਾਲ ਵੀ ਆ ਸਕਦਾ ਕਿ ਕਾਲ ਕੌਣ ਕਰਦਾ, ਤਾਂ ਕਾਲ ਕਰਦਾ ਪ੍ਰੈਜ਼ੀਡੈਂਟ, ਬਟ ਇਹਨੂੰ ਪ੍ਰਿਜ਼ਾਈਡ ਕੌਣ ਕਰਦਾ, ਪ੍ਰਿਜ਼ਾਈਡ ਕਰਦਾ ਇਹਨੂੰ ਲੋਕ ਸਭਾ ਦਾ ਸਪੀਕਰ। ਠੀਕ ਹੈ ਜੀ, ਇਹਦੇ ਵਿੱਚ ਇੰਨਾ ਕੁ ਡਿਫਰੈਂਸ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬੁਲਾਉਂਦਾ ਇਹਨੂੰ ਪ੍ਰੈਜ਼ੀਡੈਂਟ ਹੈ, ਬਟ ਜਿਹੜਾ ਇਹਦਾ ਪ੍ਰਿਜ਼ਾਈਡਿੰਗ ਆਫਿਸਰ ਹੁੰਦਾ ਉਹ ਹੁੰਦਾ ਲੋਕ ਸਭਾ ਦਾ ਸਪੀਕਰ। ਤਾਂ ਆਨਸਰ ਨੰਬਰ 1 ਆਊਗਾ ਆਰਟੀਕਲ 108। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇੰਡੀਆ ਐਟ ਰਿਸਕ ਕਿਸ ਦੀ ਰਚਨਾ ਹੈ? ਇੰਡੀਆ ਐਟ ਰਿਸਕ ਇਜ਼ ਅ ਕ੍ਰੀਏਸ਼ਨ ਆਫ ਹੂਮ? ਵਿਸ਼ਾਖਾ ਦੱਤ, ਜਸਵੰਤ ਸਿੰਘ, ਅਸ਼ਵ ਘੋਸ਼ ਜਾਂ ਬਰਾਕ ਓਬਾਮਾ। ਤਾਂ ਇੰਡੀਆ ਐਟ ਰਿਸਕ ਇਹੋ ਜਿਹੀਆਂ ਬੁੱਕਸ ਦੇ ਨਾਮ ਤੁਹਾਨੂੰ ਪੁੱਛੇ ਜਾ ਸਕਦੇ ਨੇ ਜਿਹੜੀਆਂ ਕਿ ਬਹੁਤ ਫੇਮਸ ਨੇ ਅਤੇ ਵਾਰ-ਵਾਰ ਇਹ ਤੁਹਾਨੂੰ ਕੁਐਸਚਨਸ ਦੇ ਫੋਰਮ ਦੇ ਵਿੱਚ ਆਉਂਦੀਆਂ ਰਹਿੰਦੀਆਂ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ ਜਸਵੰਤ ਸਿੰਘ। ਜਸਵੰਤ ਸਿੰਘ ਦੀ ਲਿਖੀ ਹੋਈ ਹੈ ਇਹ ਇੰਡੀਆ ਐਟ ਰਿਸਕ, ਤਾਂ ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮੁਦਰਾ ਰਾਖਸ਼ ਕਿਸ ਦੀ ਰਚਨਾ ਹੈ? ਮੁਦਰਾ ਰਾਖਸ਼ਾ ਇਜ਼ ਅ ਕ੍ਰੀਏਸ਼ਨ ਆਫ ਹੂਮ? ਵਿਸ਼ਾਖਾ ਦੱਤ, ਜਸਵੰਤ ਸਿੰਘ, ਅਸ਼ਵ ਘੋਸ਼ ਜਾਂ ਬਰਾਕ ਓਬਾਮਾ। ਤਾਂ ਜਿੰਨੀਆਂ ਵੀ ਬੁੱਕਸ ਨੇ, ਜਿੰਨੇ ਵੀ ਤੁਹਾਡੇ ਬਾਇਓਲੋਜੀ ਦੇ ਨਾਲ ਰਿਲੇਟਡ ਨੇ, ਠੀਕ ਹੈ ਜੀ, ਕੁਐਸਚਨ ਜੋ ਵੀ ਮਤਲਬ ਜਿੰਨੇ ਵੀ ਫੈਕਟ ਨੇ ਉਹ ਆਪਾਂ ਸਾਰੇ ਤੁਹਾਡੇ ਲਈ ਅੱਗੇ ਲੈ ਕੇ ਆਵਾਂਗੇ ਤਾਂ ਕੁਐਸਚਨ ਦੇ ਫਾਰਮ ਦੇ ਵਿੱਚ। ਤਾਂ ਪਹਿਲਾਂ ਆਪਾਂ ਇਹਦੇ ਵਿੱਚ 15 ਕੁਐਸਚਨ ਡਿਸਕਸ ਕਰਦੇ ਸੀ, ਬਟ ਹੁਣ ਆਪਾਂ 20 ਕੁਐਸਚਨ ਡਿਸਕਸ ਕਰਿਆ ਕਰਾਂਗੇ ਕਿਉਂਕਿ ਇੱਕੋ ਹੀ ਸੈਸ਼ਨ ਆਉਣਾ ਅਤੇ ਨਾਲ ਇਹਨਾਂ ਦੇ ਫੈਕਟ ਵੀ ਆਪਾਂ ਕਲੀਅਰ ਕਰਾਂਗੇ। ਤਾਂ ਮੁਦਰਾ ਰਾਖਸ਼ ਜਿਹੜੀ ਲਿਖੀ ਹੋਈ ਹੈ, ਇਹ ਲਿਖੀ ਹੋਈ ਹੈ ਵਿਸ਼ਾਖਾ ਦੱਤ ਦੀ। ਵਿਸ਼ਾਖਾ ਦੱਤ ਦੀ ਲਿਖੀ ਹੋਈ ਪੁਸਤਕ ਹੈ ਇਹ ਮੁਦਰਾ ਰਾਖਸ਼, ਇਹ ਤੁਹਾਨੂੰ ਪੁੱਛੀ ਜਾਂਦੀ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਰਾਜ ਤਰੰਗਣੀ ਕਿਸ ਦੀ ਰਚਨਾ ਹੈ? ਰਾਜ ਤਰੰਗਣੀ ਇਜ਼ ਅ ਕ੍ਰੀਏਸ਼ਨ ਆਫ ਹੂਮ? ਵਿਸ਼ਾਖਾ ਦੱਤ, ਜਸਵੰਤ ਸਿੰਘ, ਅਸ਼ਵ ਘੋਸ਼ ਜਾਂ ਕਲਹਣ। ਰਾਜ ਤਰੰਗਣੀ ਕਿਹੋ ਜਿਹੀ ਬੁੱਕ ਹੈ ਜਿਹਦੇ ਵਿੱਚ ਜੰਮੂ ਐਂਡ ਕਸ਼ਮੀਰ ਦੀ ਹਿਸਟਰੀ ਦੇ ਬਾਰੇ ਲਿਖਿਆ ਹੋਇਆ ਹੈ। ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਜੰਮੂ ਐਂਡ ਕਸ਼ਮੀਰ ਨਾਲ ਰਿਲੇਟਡ ਕਈ ਵਾਰੀ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਜੰਮੂ ਐਂਡ ਕਸ਼ਮੀਰ ਦੇ ਨਾਲ ਰਿਲੇਟਡ ਇਹਨਾਂ ਦੇ ਵਿੱਚੋਂ ਕਿਹੜੀ ਬੁੱਕ ਹੈ, ਤਾਂ ਉਹ ਹੈ ਰਾਜ ਤਰੰਗਣੀ। ਤਾਂ ਰਾਜ ਤਰੰਗਣੀ ਜਿਹੜੀ ਲਿਖੀ ਹੋਈ ਹੈ ਇਹ ਇਸ ਦਾ ਨਾਮ ਹੈ ਕਲਹਣ। ਕਲਹਣਾ ਵੀ ਕਿਹਾ ਜਾਂਦਾ ਕਲਹਣ। ਠੀਕ ਹੈ ਜੀ, ਕਲਹਣ ਦੀ ਲਿਖੀ ਹੋਈ ਹੈ ਰਾਜ ਤਰੰਗਣੀ। ਤਾਂ ਰਾਜ ਤਰੰਗਣੀ ਜਿਹੜੀ ਬੁੱਕ ਹੈ ਉਹ ਲਿਖੀ ਹੋਈ ਹੈ ਕਲਹਣ ਦੀ, ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਆਨਸਰ ਨੰਬਰ 4। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮੇਰੀ ਜ਼ਿੰਦਗੀ ਦੀ ਦੌੜ ਕਿਸ ਦੀ ਰਚਨਾ ਹੈ? ਦੀ ਰੇਸ ਆਫ ਮਾਈ ਲਾਈਫ ਇਜ਼ ਅ ਕ੍ਰੀਏਸ਼ਨ ਆਫ ਹੂਮ? ਤਾਂ ਇਹੋ ਜਿਹੀਆਂ ਬੁੱਕਸ ਜਿਹੜੀਆਂ ਕਿ ਬਹੁਤ ਫੇਮਸ ਨੇ, ਬਹੁਤ ਪੜ੍ਹੀਆਂ ਜਾਣ ਵਾਲੀਆਂ ਬੁੱਕਸ ਨੇ ਅਤੇ ਬਹੁਤ ਫੇਮਸ ਬੰਦਿਆਂ ਦੀਆਂ ਨੇ। ਠੀਕ ਹੈ ਜੀ, ਬਹੁਤ ਜਿਹੜੀਆਂ ਫੇਮਸ ਇਹ ਪਰਸਨੈਲਿਟੀਜ਼ ਨੇ ਜਿਨ੍ਹਾਂ ਦੀਆਂ ਇਹ ਬੁੱਕਸ ਨੇ, ਤਾਂ ਕਰਕੇ ਤੁਹਾਨੂੰ ਇਹ ਪੁੱਛੀਆਂ ਜਾ ਸਕਦੀਆਂ। ਦੀ ਰੇਸ ਆਫ ਮਾਈ ਲਾਈਫ, ਤਾਂ ਇਹ ਕਿਹਦੀ ਲਿਖੀ ਹੋਈ ਬੁੱਕ ਹੈ? ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ ਦੀ ਰੇਸ ਆਫ ਮਾਈ ਲਾਈਫ ਇਹ ਲਿਖੀ ਹੋਈ ਹੈ ਮਿਲਖਾ ਸਿੰਘ ਦੀ। ਠੀਕ ਹੈ ਜੀ, ਮਿਲਖਾ ਸਿੰਘ ਦੀ ਲਿਖੀ ਹੋਈ, ਕਿਉਂਕਿ ਰੇਸ ਆ ਗਿਆ ਇਹਦੇ ਵਿੱਚ, ਰੇਸ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਰੇਸ ਆਫ ਮਾਈ ਲਾਈਫ ਕਿਹਦੀ ਲਿਖੀ ਹੋਈ ਹੈ। ਤਾਂ ਰੇਸ ਦਾ ਮਤਲਬ ਮਿਲਖਾ ਸਿੰਘ। ਠੀਕ ਹੈ ਜੀ, ਤਾਂ ਮਿਲਖਾ ਸਿੰਘ ਦੀ ਲਿਖੀ ਹੋਈ ਬੁੱਕ ਹੈ ਦੀ ਰੇਸ ਆਫ ਮਾਈ ਲਾਈਫ, ਕਿਉਂਕਿ ਇਹ ਰੇਸ ਦੇ ਲਈ ਹੀ ਜਾਣੇ ਜਾਂਦੇ ਇਹ ਬੰਦੇ। ਤਾਂ ਮਿਲਖਾ ਸਿੰਘ ਦੀ ਲਿਖੀ ਹੋਈ ਬੁੱਕ ਹੈ ਦੀ ਰੇਸ ਆਫ ਮਾਈ ਲਾਈਫ, ਤਾਂ ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਲੇਇੰਗ ਇਟ ਮਾਈ ਵੇ ਕਿਸ ਦੀ ਰਚਨਾ ਹੈ? ਪਲੇਇੰਗ ਇਟ ਮਾਈ ਵੇ ਇਜ਼ ਅ ਕ੍ਰੀਏਸ਼ਨ ਆਫ ਹੂਮ? ਮਿਲਖਾ ਸਿੰਘ, ਜਸਵੰਤ ਸਿੰਘ, ਅਭਿਨਵ ਬਿੰਦਰਾ ਜਾਂ ਸਚਿਨ ਤੇਂਦੁਲਕਰ। ਤਾਂ ਜਿੰਨੀਆਂ ਵੀ ਫੇਮਸ ਪਰਸਨੈਲਿਟੀਜ਼ ਨੇ ਇਹਨਾਂ ਦੀਆਂ ਜਿੰਨੀਆਂ ਵੀ ਬੁੱਕਸ ਲਿਖੀਆਂ ਹੋਈਆਂ ਇਹ ਤੁਹਾਡੇ ਲਈ ਬਹੁਤ ਮਤਲਬ ਇੰਪੋਰਟੈਂਟ ਬਣ ਜਾਂਦੀਆਂ ਕਿਉਂਕਿ ਪੁੱਛੀਆਂ ਜਾਂਦੀਆਂ ਇਹ ਬੁੱਕਸ ਵਾਰ-ਵਾਰ। ਤਾਂ ਪਲੇਇੰਗ ਇਟ ਮਾਈ ਵੇ, ਤਾਂ ਇਹਦਾ ਆਊਗਾ ਆਨਸਰ ਨੰਬਰ 4। ਸਚਿਨ ਤੇਂਦੁਲਕਰ ਦੀ ਲਿਖੀ ਹੋਈ ਬੁੱਕ ਹੈ ਇਹ ਪਲੇਇੰਗ ਇਟ ਮਾਈ ਵੇ, ਤਾਂ ਆਨਸਰ ਨੰਬਰ 4 ਆਊਗਾ ਇਹਦਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਆਜ਼ਾਦੀ ਦੀ ਪਹਿਲੀ ਜੰਗ ਦੀ ਫਸਟ ਵਾਰ ਆਫ ਇੰਡੀਪੈਂਡੈਂਸ ਇਜ਼ ਅ ਕ੍ਰੀਏਸ਼ਨ ਆਫ ਹੂਮ? ਇੰਨੀ ਕੁ ਫੇਮਸ ਬੁੱਕ ਹੈ ਇਹ ਕਿ ਇਹਨੂੰ ਬਹੁਤ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਗਿਆ, ਮਤਲਬ ਕੰਟੀਨਿਊਸਲੀ ਇਹ ਬੁੱਕ ਤੁਹਾਨੂੰ ਪੁੱਛੀ ਜਾਊਗੀ ਪੇਪਰਾਂ ਦੇ ਵਿੱਚ, ਤਾਂ ਬਹੁਤ ਇੰਪੋਰਟੈਂਟ ਹੈ ਇਹ। ਤਾਂ ਦੀ ਫਸਟ ਵਾਰ ਆਫ ਇੰਡੀਪੈਂਡੈਂਸ, ਠੀਕ ਹੈ ਜੀ, ਤਾਂ ਤੁਹਾਨੂੰ ਇਹ ਵੀ ਕਿਹਾ ਜਾਊਗਾ ਕਿ ਇਹ ਫਸਟ ਵਾਰ ਆਫ ਇੰਡੀਪੈਂਡੈਂਸ ਕਿਹੜੀ ਘਟਨਾ ਨੂੰ ਕਿਹਾ ਗਿਆ? ਤਾਂ ਇਹ ਕਿਹਾ ਗਿਆ ਹੈਗਾ 1857 ਈਸਵੀ ਦਾ ਜਿਹੜਾ ਆਪਣਾ ਵਿਦਰੋਹ ਹੋਇਆ ਸੀ ਉਹਨੂੰ ਕਿਹਾ ਗਿਆ ਹੈ ਦੀ ਫਸਟ ਵਾਰ ਆਫ ਇੰਡੀਪੈਂਡੈਂਸ। ਤਾਂ ਕਿਹੜੇ ਬੰਦੇ ਨੇ ਕਿਹਾ ਸੀ ਦੀ ਫਸਟ ਵਾਰ ਆਫ ਇੰਡੀਪੈਂਡੈਂਸ 1857 ਈਸਵੀ ਦੇ ਵਿਦਰੋਹ ਨੂੰ? ਤਾਂ ਉਹ ਕਿਹਾ ਸੀ ਆਪਣੇ VD ਸਾਵਰਕਰ ਨੇ, ਵਿਨਾਇਕ ਦਮੋਦਰ ਸਾਵਰਕਰ ਇਹਦਾ ਪੂਰਾ ਨਾਮ ਹੈ, ਵਿਨਾਇਕ ਦਾਮੋਦਰ। ਠੀਕ ਹੈ ਜੀ, ਤਾਂ ਵਿਨਾਇਕ ਦਾਮੋਦਰ ਇਹਦਾ ਪੂਰਾ ਨਾਮ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਵਿਨਾਇਕ ਦਾਮੋਦਰ ਸਾਵਰਕਰ ਇਹਦਾ ਪੂਰਾ ਨਾਮ ਹੈ। ਤਾਂ ਇਹ ਬੰਦੇ ਨੇ ਇਹ ਲਿਖੀ ਹੈ ਦੀ ਫਸਟ ਵਾਰ ਆਫ ਇੰਡੀਪੈਂਡੈਂਸ, 1857 ਈਸਵੀ ਦੇ ਵਿਦਰੋਹ ਦੇ ਟਾਈਮ ਇਹ ਬੁੱਕ ਲਿਖੀ ਗਈ। ਤਾਂ ਆਨਸਰ ਨੰਬਰ 4 ਆਊਗਾ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਨਸਬਦਾਰੀ ਪ੍ਰਥਾ ਦੀ ਸ਼ੁਰੂਆਤ ਕਿਹਨੇ ਕੀਤੀ ਸੀ? ਹੂ ਇੰਟਰੋਡਿਊਸ ਦੀ ਮਨਸਬਦਾਰੀ ਸਿਸਟਮ? ਮਨਸਬਦਾਰੀ ਸਿਸਟਮ ਵੀ ਮਤਲਬ ਇੱਕ ਮਨਸਬ ਬਣਾਏ ਜਾਂਦੀ ਸੀ, ਟੈਕਸ ਕਲੈਕਸ਼ਨ ਦੇ ਨਾਲ ਰਿਲੇਟਡ ਇਹ ਜਿਹੜਾ ਸਿਸਟਮ ਹੈ ਇਹ ਸਟਾਰਟ ਕੀਤਾ ਗਿਆ ਸੀ। ਤਾਂ ਕਿਹੜੇ ਮੁਗਲ ਐਂਪਰਰ ਦੁਆਰਾ ਇਹ ਸਟਾਰਟ ਕੀਤਾ ਗਿਆ ਸੀ? ਬਾਬਰ, ਔਰੰਗਜ਼ੇਬ, ਅਕਬਰ ਜਾਂ ਜਹਾਂਗੀਰ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 3 ਹੋਊਗਾ। ਅਕਬਰ ਦੁਆਰਾ ਇਹ ਸਿਸਟਮ ਲਾਂਚ ਕੀਤਾ ਗਿਆ ਸੀ, ਮਨਸਬਦਾਰੀ ਸਿਸਟਮ। ਅਤੇ ਇੱਕ ਚੀਜ਼ ਹੋਰ, ਜਜ਼ੀਆ ਜਿਹੜਾ ਕਰ ਸੀਗਾ, ਜਿਹੜਾ ਕਿ ਨੌਨ ਮੁਸਲਿਮ ਜਿਹੜਾ ਟੈਕਸ ਸੀਗਾ, ਜਜ਼ੀਆ ਜਿਹੜਾ ਟੈਕਸ ਸੀ ਉਹ ਵੀ ਮਤਲਬ ਅਕਬਰ ਨੇ ਕੀ ਕਰਤਾ ਸੀ? ਅਬੋਲਿਸ਼ ਕਰਤਾ ਸੀ, ਹਟਾਤਾ ਸੀ। ਕਿਉਂਕਿ ਜਿਹੜਾ ਉਹ ਨੌਨ ਮੁਸਲਿਮਸ ਤੋਂ, ਜਿਵੇਂ ਹਿੰਦੂ ਸਿੱਖ, ਠੀਕ ਹੈ, ਇਹਨਾਂ ਤੋਂ ਲਿਆ ਜਾਂਦਾ ਸੀ ਕਿ ਤੁਹਾਨੂੰ ਮੁਸਲਮਾਨ ਆ ਜਿਹੜੇ ਉਹ ਰੱਖ ਰਹੇ ਨੇ, ਤੁਹਾਡੇ ਇਹ ਰੱਖਣ ਦੇ ਲਈ ਤੁਹਾਨੂੰ ਕੋਈ ਮੁੱਲ ਅਦਾ ਕਰਨਾ ਪਊਗਾ, ਮਤਲਬ ਤੁਹਾਨੂੰ ਟੈਕਸ ਦੇਣਾ ਪਊਗਾ, ਜਜ਼ੀਆ। ਤਾਂ ਇਹ ਜਜ਼ੀਆ ਕਰ ਨੌਨ ਮੁਸਲਿਮ ਦੇ ਲਈ ਲਗਾਇਆ ਗਿਆ ਸੀ ਮੁਸਲਮਾਨਾਂ ਦੁਆਰਾ। ਤਾਂ ਇਹ ਅਕਬਰ ਨੇ ਇਹਨੂੰ ਅਬੋਲਿਸ਼ ਕਰਤਾ ਸੀ, ਤਾਂ ਕਰਕੇ ਅਕਬਰ ਨੂੰ ਅਕਬਰ ਦੀ ਗ੍ਰੇਟ ਵੀ ਕਿਹਾ ਜਾਂਦਾ ਇਹ ਚੰਗੇ ਕੰਮਾਂ ਕਰਕੇ। ਤਾਂ ਆਨਸਰ ਨੰਬਰ 3 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, WWW ਦੀ ਖੋਜ ਕਿਸ ਨੇ ਕੀਤੀ? ਹੂ ਇੰਟਰੋਡਿਊਸ ਦੀ ਵਰਲਡ ਵਾਈਡ ਵੈਬ? ਮਾਰਕ ਜ਼ੁਕਰਬਰਗ, ਟਿਮ ਬਰਨਰਜ਼-ਲੀ, ਡੈਨਿਸ ਰਿਚੀ ਜਾਂ ਚਾਰਲਸ ਬੈਬੇਜ? ਤਾਂ ਇਹਦਾ ਜਿਹੜਾ ਮਤਲਬ ਆਨਸਰ ਬਣਦਾ ਉਹ ਬਣਦਾ ਆਨਸਰ ਨੰਬਰ 2, ਟਿਮ ਬਰਨਰਜ਼-ਲੀ। ਟਿਮ ਬਰਨਰਜ਼-ਲੀ ਨੇ ਇਹਦੀ ਕੀਤੀ ਸੀ। ਤਾਂ ਸੀ ਲੈਂਗੁਏਜ ਵੀ ਤੁਹਾਨੂੰ ਪੁੱਛ ਲੈਂਦੇ ਨੇ ਕਈ ਵਾਰੀ, ਜਿਹੜੀ ਸੀ ਲੈਂਗੁਏਜ ਹੈ ਤਾਂ ਇਹਦੀ ਜਿਹੜੀ ਖੋਜ ਕੀਤੀ ਸੀ ਡੈਨਿਸ ਰਿਚੀ ਨੇ। ਸੀ ਤੋਂ ਬਾਅਦ ਕੀ ਆਉਂਦਾ? ਡੀ, ਤਾਂ ਡੀ ਮਤਲਬ ਡੈਨਿਸ ਰਿਚੀ, ਠੀਕ ਹੈ ਜੀ, ਇਵੇਂ ਵੀ ਤੁਸੀਂ ਯਾਦ ਕਰ ਸਕਦੇ ਹੋ। ਤਾਂ ਡੈਨਿਸ ਰਿਚੀ ਨੇ ਖੋਜ ਕੀਤੀ ਸੀ ਸੀ ਲੈਂਗੁਏਜ ਦੀ। ਅਤੇ ਜਿਹੜੀ ਵਰਲਡ ਵਾਈਡ ਵੈਬ ਯਾਨੀ ਕਿ WWW ਦੀ ਖੋਜ ਕੀਤੀ ਸੀ ਉਹ ਕੀਤੀ ਸੀ ਟਿਮ ਬਰਨਰਜ਼-ਲੀ ਨੇ। ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਰਿਗਵੇਦ ਵਿੱਚ ਕਿਸ ਦੇਵਤੇ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ? ਵਿਚ ਇਜ਼ ਦੀ ਮੋਸਟ ਪ੍ਰੋਮੀਨੈਂਟ ਗੋਡ ਇਨ ਰਿਗਵੇਦਾ? ਮਤਲਬ ਵਾਰ-ਵਾਰ ਉਹਦਾ ਜ਼ਿਕਰ ਆਉਂਦਾ, ਵਾਰ-ਵਾਰ ਆਪਾਂ ਨੂੰ ਪੜ੍ਹਨ ਨੂੰ ਮਿਲਦਾ ਉਹ ਵਾਰ-ਵਾਰ। ਤਾਂ ਇੱਕ ਉਹ ਕਿਹੜਾ ਗੋਡ ਹੈ? ਅਗਨੀ, ਇੰਦਰਾ, ਵਿਸ਼ਨੂੰ ਜਾਂ ਸ਼ਿਵਾ? ਤਾਂ ਰਿਗਵੇਦ ਸਭ ਤੋਂ ਓਲਡੈਸਟ ਵੇਦ ਹੈ ਇਹ ਆਪਣਾ 4 ਵੇਦਾਂ ਦੇ ਵਿੱਚੋਂ, ਠੀਕ ਹੈ ਜੀ। ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ, ਇਹ 4 ਵੇਦਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਵੇਦ ਹੈ ਰਿਗਵੇਦ। ਤਾਂ ਇਹਦੇ ਵਿੱਚ ਸਭ ਤੋਂ ਵੱਧ ਪੂਜਿਆ ਜਾਣ ਵਾਲਾ ਜਾਂ ਵੱਧ ਜਿਹਦਾ ਨਾਮ ਆਉਂਦਾ ਹੈ ਵਾਰ-ਵਾਰ, ਤਾਂ ਉਹ ਹੈ ਜਿਹੜਾ ਗੋਡ ਹੈ ਉਹ ਹੈ ਇੰਦਰ। ਮਤਲਬ ਇੰਦਰ ਦਾ ਨਾਮ ਵਾਰ-ਵਾਰ ਆਉਂਦਾ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਰੰਗਦਾਰ ਫੋਟੋਗ੍ਰਾਫੀ ਦੀ ਖੋਜ ਕਿਹਨੇ ਕੀਤੀ? ਹੂ ਡਿਸਕਵਰਡ ਦੀ ਕਲਰ ਫੋਟੋਗ੍ਰਾਫੀ? ਗ੍ਰਾਹਮ ਵੈਲ, ਜੇਮਸ ਕਲਾਰਕ ਮੈਕਸਵੈਲ, ਰੇ ਟੋਮਲਿਨਸਨ ਜਾਂ ਐਲਨ ਟਿਊਰਿੰਗ? ਤਾਂ ਰੇ ਟੋਮਲਿਨਸਨ ਬਾਰੇ ਵੀ ਆਪਾਂ ਪੜ੍ਹਦੇ ਹਾਂ, ਜਿਹੜਾ ਕਿ ਈਮੇਲ ਦਾ ਪਿਤਾਮਾ ਮੰਨਿਆ ਜਾਂਦਾ, ਠੀਕ ਹੈ ਜੀ। ਤਾਂ ਐਲਨ ਟਿਊਰਿੰਗ ਹੈ ਜਿਹੜਾ ਆਪਣਾ ਮਾਡਰਨ ਫਾਦਰ ਆਫ ਕੰਪਿਊਟਰ ਹੈ ਜਿਹੜਾ, ਉਹ ਐਲਨ ਟਿਊਰਿੰਗ ਹੈ, ਠੀਕ ਹੈ ਜੀ। ਗ੍ਰਾਹਮ ਵੈਲ ਨੇ ਜਿਹੜੀ ਕੀਤੀ ਹੈ ਫੋਨ ਦੀ ਆਪਾਂ ਕਹਿ ਦਿੰਦੇ ਹਾਂ ਖੋਜ ਕੀਤੀ ਹੈ, ਠੀਕ ਹੈ ਜੀ। ਤਾਂ ਐਲਨ ਟਿਊਰਿੰਗ ਕਿਹਦੇ ਨਾਲ ਸੰਬੰਧਿਤ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਐਲਨ ਟਿਊਰਿੰਗ ਮਾਡਰਨ ਫਾਦਰ ਆਫ ਕੰਪਿਊਟਰ, ਰੇ ਟੋਮਲਿਨਸਨ ਈਮੇਲ, ਠੀਕ ਹੈ ਜੀ। ਤਾਂ ਗ੍ਰਾਹਮ ਵੈਲ ਫੋਨ। ਤਾਂ ਜਿਹੜਾ ਇਹ ਆਪਣਾ ਜਿਹੜਾ ਆਨਸਰ ਨੰਬਰ 2 ਆਊਗਾ ਜੇਮਸ ਕਲਾਰਕ ਮੈਕਸਵੈਲ, ਠੀਕ ਹੈ ਜੀ। ਜੇਮਸ ਕਲਾਰਕ ਮੈਕਸਵੈਲ ਹੈ ਉਹ ਬੰਦਾ ਜਿਹੜੇ ਬੰਦੇ ਨੇ ਕਲਰ ਫੋਟੋਗ੍ਰਾਫੀ ਦੀ ਖੋਜ ਕੀਤੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇਮਸ ਕਲਾਰਕ ਮੈਕਸਵੈਲ, ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੇ ਸ਼ਹਿਰ ਨੂੰ ਬਗੀਚਿਆਂ ਦਾ ਸ਼ਹਿਰ ਕਿਹਾ ਜਾਂਦਾ? ਵਿਚ ਸਿਟੀ ਇਜ਼ ਨੋਨ ਐਜ਼ ਦੀ ਸਿਟੀ ਆਫ ਗਾਰਡਨਸ? ਬੰਬੇ, ਕਲਕੱਤਾ, ਚੰਡੀਗੜ੍ਹ ਜਾਂ ਦਿੱਲੀ? ਅਤੇ ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਕੁਐਸਚਨ ਹੈ ਅਤੇ ਬਹੁਤ ਵਾਰ ਇਹ ਕੁਐਸਚਨ ਰਿਪੀਟ ਹੋਇਆ, ਬਹੁਤ ਵਾਰ ਇਹ ਪੁੱਛਿਆ ਗਿਆ। ਤਾਂ ਆਪਣੇ ਸੈਸ਼ਨ ਦੇ ਵਿੱਚ ਤੁਹਾਨੂੰ ਇੱਕ ਵੀ ਕੁਐਸਚਨ ਫਾਲਤੂ ਨਹੀਂ ਮਿਲੂਗਾ ਜਿਹਦੇ ਨਾਲ ਤੁਹਾਡਾ ਟਾਈਮ ਵੇਸਟ ਹੋਵੇ। ਇੱਕ ਕੁਐਸਚਨ ਨੂੰ ਆਪਾਂ ਪੂਰੇ ਐਨਾਲਿਸਿਸ ਕਰਕੇ, ਠੀਕ ਹੈ ਜੀ, ਪੂਰੀ ਰਿਸਰਚ ਕਰਕੇ ਆਪਾਂ ਆਪਣੇ ਸੈਸ਼ਨ ਦੇ ਵਿੱਚ ਰੱਖਦੇ ਹਾਂ। ਤਾਂ ਇਹਦਾ ਜਿਹੜਾ ਆਨਸਰ ਨੰਬਰ 3 ਹੋਊਗਾ ਚੰਡੀਗੜ੍ਹ। ਚੰਡੀਗੜ੍ਹ ਨੂੰ ਸਿਟੀ ਆਫ ਗਾਰਡਨਸ ਕਿਹਾ ਜਾਂਦਾ। ਤੁਸੀਂ ਬੇਸ਼ੱਕ ਇਹ ਸਰਚ ਮਾਰ ਕੇ ਦੇਖ ਲਓ ਗੂਗਲ ਦੇ ਉੱਤੇ। ਤਾਂ ਆਨਸਰ ਨੰਬਰ 3 ਆਊਗਾ ਇਹਦਾ। ਅਤੇ ਕਈ ਵਾਰੀ ਤੁਹਾਨੂੰ ਇਹ ਪੁੱਛਣਗੇ ਕਿ ਗ੍ਰੀਨ ਸਿਟੀ ਕਿਹਨੂੰ ਕਿਹਾ ਜਾਂਦਾ? ਗ੍ਰੀਨ ਸਿਟੀ ਤਾਂ ਇਹ ਕਿਹਾ ਜਾਂਦਾ ਬੰਗਲੌਰ ਨੂੰ, ਠੀਕ ਹੈ ਜੀ। ਬੰਗਲੌਰ ਨੂੰ ਕਿਹਾ ਜਾਂਦਾ ਗ੍ਰੀਨ ਸਿਟੀ, ਇਹ ਵੀ ਤੁਹਾਨੂੰ ਪੁੱਛਿਆ ਜਾਊਗਾ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਤੁਹਾਡੇ ਲਈ ਬਣ ਜਾਂਦਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਵੈਸੇ ਤੁਹਾਨੂੰ ਆਨਸਰ ਇਹਦਾ ਦਿਖ ਗਿਆ ਹੋਊਗਾ। ਭਾਰਤ ਦਾ ਦੂਜੇ ਨੰਬਰ ਦਾ ਛੋਟਾ ਰਾਜ ਕਿਹੜਾ? ਵਿਚ ਇਜ਼ ਦੀ ਸੈਕਿੰਡ ਸਮੋਲੈਸਟ ਸਟੇਟ ਇਨ ਇੰਡੀਆ? ਤਾਂ ਇਹਦਾ ਜਿਹੜਾ ਆਨਸਰ ਨੰਬਰ 2 ਆਊਗਾ ਤ੍ਰਿਪੁਰਾ। ਤੁਹਾਨੂੰ ਆਨਸਰ ਵੀ ਪਹਿਲਾਂ ਦਿਖਾਤਾ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ। ਅਤੇ ਫਸਟ 'ਤੇ ਜਿਹੜਾ ਆਪਣਾ ਆਉਂਦਾ ਉਹ ਗੋਆ। ਜਿਹੜਾ ਇੰਡੀਆ ਦਾ ਪਹਿਲਾ ਛੋਟਾ ਰਾਜ ਹੈ ਉਹ ਗੋਆ, ਅਤੇ ਦੂਜੇ ਨੰਬਰ ਦਾ ਕਈ ਵਾਰ ਤੁਹਾਨੂੰ ਪੁੱਛ ਲੈਂਦੇ ਨੇ, ਤਾਂ ਉਹ ਆਪਣਾ ਤ੍ਰਿਪੁਰਾ। ਆਨਸਰ ਨੰਬਰ 2 ਆਊਗਾ ਇਹਦਾ, ਠੀਕ ਹੈ ਜੀ। ਜੇ ਦੂਜੇ ਨੰਬਰ ਦਾ ਪੁੱਛਿਆ ਤਾਂ ਤੁਸੀਂ ਕਨਫਿਊਜ਼ ਹੋ ਜਾਂਦੇ ਹੋ। ਤਾਂ ਆਨਸਰ ਨੰਬਰ 2 ਆਊਗਾ। ਦੂਸਰੇ ਨੰਬਰ 'ਤੇ ਆਉਂਦਾ ਤ੍ਰਿਪੁਰਾ ਅਤੇ ਪਹਿਲੇ ਨੰਬਰ 'ਤੇ ਆਉਂਦਾ ਗੋਆ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ।
ਠੀਕ ਹੈ ਜੀ। ਆਪਣੇ 20 ਕੁਐਸਚਨ ਆ ਜਿਹੜੇ ਉਹ ਪੂਰੇ ਹੋ ਗਏ ਅਤੇ ਨਾਲ ਜਿੰਨੇ ਵੀ ਰਿਲੇਟਡ ਫੈਕਟ ਸੀ ਉਹ ਵੀ ਆਪਾਂ ਕਲੀਅਰ ਕਰ ਲਏ ਨੇ। ਤਾਂ ਇਹ ਆਪਣੇ ਸੈਸ਼ਨ ਆ ਜਿਹੜੇ ਉਹ ਸ਼ੁੱਕਰਵਾਰ ਨੂੰ ਦੁਪਹਿਰੇ 2 ਵਜੇ ਅਪਲੋਡ ਹੋਇਆ ਕਰਨਗੇ ਲੂਸੈਂਟ ਜੀਕੇ ਦੇ, ਅਤੇ ਸੋਮਵਾਰ ਅਤੇ ਬੁੱਧਵਾਰ ਨੂੰ SST ਮਾਸਟਰ ਕੇਡਰ ਦੇ ਆਪਣੇ ਸੈਸ਼ਨ ਆ ਜਿਹੜੇ ਉਹ ਕੰਟੀਨਿਊਸਲੀ ਚੱਲ ਰਹੇ ਨੇ। ਅਤੇ ਜਿਹੜਾ ਕਰੰਟ ਅਫੇਅਰ ਹੈ ਉਹ ਆਪਣਾ ਸੋਮਵਾਰ ਤੋਂ ਸ਼ੁੱਕਰਵਾਰ ਸੁਬਾਹ 9 ਵਜੇ ਅਪਲੋਡ ਆਪਣੀ ਕਲਾਸ ਹੋ ਜਾਂਦੀ ਹੈ। ਠੀਕ ਹੈ ਜੀ। ਤਾਂ ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗਦੇ ਨੇ ਉਹਨੂੰ ਲਾਈਕ ਕਰ ਦਿਆ ਕਰੋਗੇ, ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ 'ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੇ ਜਿੰਨੇ ਵੀ ਨੋਟੀਫਿਕੇਸ਼ਨ ਹੈ ਵੀਡੀਓਜ਼ ਦੇ ਉਹ ਤੁਹਾਨੂੰ ਮਿਲਦੇ ਰਹਿਣ ਟਾਈਮ ਟੂ ਟਾਈਮ, ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਤਾਂ ਅੱਜ ਦੇ ਸੈਸ਼ਨ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।